ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਏ ਪੌੜੀ ਇਨ ਸਾਥ ਮਿਲਾਈ, ਹਾਜ਼ਰਾ ਹਜੂਰ ਜੁਗੋ ਜੁਗੋ ਟਲ। ਹਜ਼ੂਰ ਸਤਿਗੁਰਾਂ ਦੇ ਸਜੇ ਪਾਵਨ ਦਰਬਾਰ ਨਿੱਘੀ ਗੋਦ 'ਚ ਗੁਰੂ ਦੇ ਪਿਆਰ 'ਚ ਜੁੜੇ ਹੋਏ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਸ਼ਾਮ ਦੇ ਦੀਵਾਨ ਦਾ ਆਨੰਦ ਮਾਣ ਰਹੇ ਹੋ। ਆਓ ਚੱਲ ਰਹੇ ਲੜੀਵਾਰ ਇਤਿਹਾਸ ਦੇ ਨਾਲ ਜੁੜੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ਾਂ ਕੀਤੀਆਂ, ਬਾਣੀ ਦੀ ਰਚਨਾ ਕੀਤੀ। ਰਾਮਕਲੀ ਰਾਗ ਦੀ ਵਾਰ ਸੱਤੇ ਬਲਵੰਡੇ ਨੇ ਜੋ ਉਚਾਰਨ ਕੀਤੀ, ਉਹਦਾ ਪ੍ਰਸੰਗ ਆਪ ਨੇ ਸੁਣਿਆ। ਇਉਂ ਹੀ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਬਾਣੀ 2 ਪਹਿਰ ਉਚਾਰਨ ਕਰਦੇ ਨੇ, ਫਿਰ ਤਕਰੀਬਨ 1 ਪਹਿਰ ਅੰਮ੍ਰਿਤਸਰ ਸਰੋਵਰ 'ਤੇ ਦਰਸ਼ਨ ਬਰਦਦਾਰ ਬਖਸ਼ਦੇ ਨੇ। ਆਈਆਂ ਸੰਗਤਾਂ ਦੀਆਂ ਭਾਵਨਾ ਪੂਰੀਆਂ ਕਰਦੇ ਨੇ। ਤੀਸਰੇ ਪਹਿਰ ਫੇਰ ਵਾਪਸ ਆ ਜਾਂਦੇ ਨੇ। ਭਾਈ ਗੁਰਦਾਸ ਜੀ ਸੇਵਾ ਨਿਭਾ ਰਹੇ ਨੇ। ਬਾਣੀ ਦੀ ਰਚਨਾ ਹੋਈ ਬਸੰਤ ਰਾਗ ਤੱਕ। ਬਸੰਤ ਦੀ ਵਾਰ ਉਚਾਰਨ ਕੀਤੀ, 3 ਪੌੜੀਆਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ। ਇਸ 3 ਪੌੜੀਆਂ ਦਾ ਵੀ ਵਿਚਾਰ ਕਿ ਪਾਤਸ਼ਾਹ ਦੇ ਹਜ਼ੂਰ ਲਾਂਗਰੀ ਸਿੱਖ ਨੇ ਬੇਨਤੀ ਕਰ ਦਿੱਤੀ, ਲੰਗਰ ਹਾਜ਼ਰ ਹੈ। ਮਹਾਰਾਜ ਨੇ 3 ਪੌੜੀਆਂ ਰਹਿਣ ਦਿੱਤੀਆਂ, ਉਸ ਤੋਂ ਅੱਗੇ ਨਹੀਂ ਉਚਾਰੀ। ਇਉਂ ਬਸੰਤ ਰਾਗ ਦੀ ਵਾਰ ਦਾ ਵੀ ਬੜੇ ਸਿਮਰਨ ਹੁੰਦਾ ਹੈ। ਬਸੰਤ ਰਾਗ ਦਾ ਮਹੱਤਤਾ ਹੈ ਗੁਰੂ ਘਰ ਦੇ ਵਿੱਚ, ਇਹ ਵੀ ਸੁਣਿਆ। ਇੱਥੇ ਤੱਕ ਵੀ ਆਉਂਦਾ ਹੈ। ਲੋਹੜੀ ਵਾਲੀ ਰਾਤ ਨੂੰ ਪਹਿਲਾਂ ਜੋੜ ਮੇਲਾ ਮਹਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ, ਹੁਣ ਤਾਂ ਉਹ ਢਾਹ ਦਿੱਤਾ ਹੈ, ਅਕਾਲ ਤਖ਼ਤ ਦੇ ਉਤਲੇ ਪਾਸੇ ਹੁੰਦਾ ਸੀ। ਪਹਿਲਾਂ ਉੱਥੇ ਅਰਦਾਸ ਹੁੰਦੀ, ਦੀਵਾਨ ਹੁੰਦਾ, ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਥਾਨ ਅਕਾਲ ਤਖ਼ਤ ਦੇ ਨਾਲ ਹੀ ਅਗਲੇ ਪਾਸੇ। ਇੱਥੇ ਫਿਰ ਅਰਦਾਸ ਹੁੰਦੀ ਕਿ ਬਸੰਤ ਰਾਗ ਆਇਆ, ਰਾਤ ਨੂੰ ਕੀਰਤਨ ਹੁੰਦਾ ਬਸੰਤ ਰਾਗ ਵਿੱਚ। ਫਿਰ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਅਰਦਾਸ ਹੋ ਕੇ ਬਸੰਤ ਰਾਗ ਆਰੰਭ ਹੁੰਦਾ। ਇਹ ਅੱਜ ਵੀ ਹੈ। ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਅਰਦਾਸ ਹੁੰਦੀ ਹੈ, ਬਸੰਤ ਰਾਗ ਦੀ ਆਰੰਭਤਾ ਹੁੰਦੀ ਹੈ। 2 ਮਹੀਨੇ ਗਾਇਨ ਕੀਤਾ ਜਾਂਦਾ ਹੈ। ਸੋ ਰਹੋ ਵਿਚਾਰ ਇਸ ਤਰ੍ਹਾਂ। ਇਹ ਬੜਾ ਪਿਆਰਾ ਪ੍ਰਸੰਗ ਆਪ ਨੇ ਸੁਣਿਆ। ਹੁਣ ਆਓ ਅਗਲਾ ਪ੍ਰਸੰਗ ਸਰਵਣ ਕਰਨ ਵਾਸਤੇ ਮਨ ਦੀ ਇਕਾਗਰਤਾ, ਗੁਰੂ ਚਰਨਾਂ ਦਾ ਪਿਆਰ, ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਪੌੜੀ ਇਨ ਸਾਥ ਮਿਲਾਈ। ਕਿਉਂਕਿ ਭਾਈ ਗੁਰਦਾਸ ਜੀ ਸਤਿਗੁਰੂ ਮਹਾਰਾਜ ਦੀ ਮਹਾਨ ਬਖਸ਼ਿਸ਼ ਦੇ ਵਿੱਚ ਬਾਣੀ ਲਿਖਦੇ ਨੇ। ਸਤਿਗੁਰੂ ਮਹਾਰਾਜ ਉਚਾਰਨ ਕਰਦੇ ਨੇ। ਫਿਰ ਜਦੋਂ ਵੱਖਰਾ ਟਾਈਮ ਹੁੰਦਾ ਵਿਹਲੇ, ਤਾਂ ਭਾਈ ਗੁਰਦਾਸ ਆਪ ਵੀ ਆਪਣੀ ਬਾਣੀ ਲਿਖਦੇ ਨੇ, ਜਿਸ ਦੇ ਵਿੱਚ ਭਾਈ ਗੁਰਦਾਸ ਜੀਆਂ ਨੇ ਵੀ ਕੁਝ ਆਪਣੀਆਂ ਪੌੜੀਆਂ ਦੇ ਵਿੱਚ ਬਸੰਤ ਰਾਗ ਦੀ ਮਹੱਤਤਾ ਗਾਇਨ ਕੀਤੀ। ਕਿ ਉਹਨਾਂ ਦੀਆਂ 2 ਪੌੜੀਆਂ ਗਾਈਆਂ ਜਾਂਦੀਆਂ ਹਨ। ਬਸੰਤ ਮਾਹੇ ਗਾਵੈ ਸੁਖ ਪਾਈ। ਬਸੰਤ ਰਾਗ ਦੇ ਵਿੱਚ ਗਾਉਂਦੇ ਨੇ ਗੁਰਸਿੱਖ। ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਕਰਦੇ ਨੇ, ਬੜੇ ਸੁਖਦਾਇਕ ਨੇ। ਬਹੁਰ ਗੁਰੂ ਕੀ ਗੁਰ ਹੀ ਜਾਣੈ। ਬਾਕੀ ਗੁਰੂ ਦੀਆਂ ਗੁਰੂ ਹੀ ਜਾਣਦਾ, ਸਤਿਗੁਰੂ ਜਾਣਦਾ ਕਿ 3 ਪੌੜੀਆਂ ਕਿਉਂ ਰਹੀਆਂ। ਇਹ ਸਤਿਗੁਰੂ ਪਾਤਸ਼ਾਹ ਬਾਣੀ ਦੇ ਭੇਦ ਸਤਿਗੁਰੂ ਆਪ ਹੀ ਜਾਣਦੇ ਨੇ। ਕੌਣ ਸੰਦੇਹ ਚਿੱਤ ਮੈਂ ਠਾਨੈ। ਜਿਹੜਾ ਗੁਰੂ ਦੇ ਪਿਆਰ
ਵਿਚਾਰ ਵਾਲਾ ਸਿੱਖ ਹੈ, ਗੁਰੂ ਦੇ ਚਰਨਾਂ 'ਚ ਜੁੜਿਆ ਹੋਇਆ, ਉਹ ਕਿਸੇ ਤਰ੍ਹਾਂ ਦਾ ਸੰਸਾ ਜਾਂ ਸ਼ੰਕਾ ਸੰਦੇਹ ਨਹੀਂ ਕਰਦਾ ਹੈ। ਗੁਰਬਾਣੀ ਦੋਏ ਜਾਮ ਲਖਾਈ। ਕਿਉਂ ਪਾਤਸ਼ਾਹ ਦੋ ਪਹਿਰ ਗੁਰਬਾਣੀ ਦੀ ਰਚਨਾ ਕਰਕੇ ਲਿਖਵਾਉਂਦੇ ਨੇ ਭਾਈ ਗੁਰਦਾਸ ਜੀਆਂ ਤੋਂ। ਬਹੁਰ ਲਿਖੈ ਬਾਣੀ ਨਿਜ ਭਾਈ। ਤਾਂ ਫਿਰ ਭਾਈ ਗੁਰਦਾਸ ਜੀ ਜਦੋਂ ਸਮਾਂ ਮਿਲਦਾ ਆਪਣੀਆਂ ਵੀ ਬਾਣੀ ਉਚਾਰਨ ਕਰਦੇ ਨੇ, ਲਿਖਦੇ ਨੇ। ਗੁਰਬਾਣੀ ਕੀ ਛਾਇਆ ਧਾਰੈ। ਇਹ ਮਹਾਨ ਗੁਰਬਾਣੀ ਦੀ ਕਿਰਪਾ ਹੋ ਰਹੀ ਹੈ ਭਾਈ ਗੁਰਦਾਸ ਜੀਆਂ ਦੇ ਉੱਤੇ। ਭਾਈ ਗੁਰਦਾਸ ਜੀ ਜਿਹੜੀ ਆਪਣੇ ਕਵਿੱਤ ਸਵਈਏ ਬਣਾਉਂਦੇ ਨੇ, ਉਹਨਾਂ ਵਿੱਚ ਵੀ ਗੁਰਮਤਿ ਨੂੰ ਬਹੁਤ ਜ਼ਿਆਦਾ ਗੂੜ੍ਹ ਗਿਆਨ ਦੇ ਨਾਲ ਉਚਾਰਨ ਕਰਦੇ ਨੇ। ਵਾਰ ਕਵਿੱਤ ਸੋ ਪ੍ਰਗਟ ਉਚਾਰੈ। ਇਹ ਪ੍ਰਗਟ ਅੱਜ ਵੀ ਜੋ ਭਾਈ ਗੁਰਦਾਸ ਜੀ ਨੇ 12 ਉਚਾਰਨ ਕੀਤੀਆਂ ਤੇ ਕਵਿੱਤ ਉਚਾਰਨ ਕੀਤੇ। ਇਹ ਮੈਂ ਕਥਾ ਔਰ ਸੁਣ ਲੀਜੈ। ਇਸ ਦੇ ਨਾਲ ਨਾਲ ਭਾਈ ਮਨੀ ਸਿੰਘ ਜੀ ਕਹਿ ਰਹੇ ਨੇ, ਭਾਈ ਭਗਤ ਸਿੰਘ ਗੁਰੂ ਕੀ ਮਹਿਮਾ ਉਪਮਾ ਹੋਰ ਅਗਲੀ ਕਥਾ ਸੁਣੋ। ਭਗਤ ਸਿੰਘ ਆਸਥਿਰ ਚਿਤ ਕੀਜੈ। ਇਹ ਭਾਈ ਭਗਤ ਸਿੰਘ ਤੂੰ ਆਪਣਾ ਮਨ ਟਿਕਾ ਲਾ ਹੈ, ਕਿਉਂਕਿ ਇਤਿਹਾਸ ਦੇ ਰਚਨਕਾਰ ਜੋ ਕਵੀ ਆਪਣਾ ਨਾਮ ਨਹੀਂ ਦਿੰਦੇ, ਉਹ ਭਗਤ ਸਿੰਘ ਨੂੰ ਆਪਣਾ ਉਸਤਾਦ ਗੁਰੂ ਮੰਨਦੇ ਨੇ ਕਿ ਇਹਨਾਂ ਦੇ ਕੋਲੋਂ ਮੈਂ ਵਿਦਿਆ ਲਈ। ਇਸ ਕਰਕੇ ਭਾਈ ਭਗਤ ਸਿੰਘ ਨੇ ਮੈਨੂੰ ਇਹ ਇਤਿਹਾਸ ਸੁਣਾਇਆ। ਭਾਈ ਭਗਤ ਸਿੰਘ ਨੇ ਭਾਈ ਮਨੀ ਸਿੰਘ ਤੋਂ ਸੁਣਿਆ। ਇਉਂ ਉਚਾਰਨ ਕਰਦੇ ਹਨ। ਲੱਦਾ ਜਬ ਲਾਹੌਰ ਘਰ ਗਇਓ। ਭਾਈ ਲੱਦਾ ਜੀ ਸਤਿਗੁਰਾਂ ਤੋਂ ਆਗਿਆ ਲੈ ਕੇ ਜਦੋਂ ਲਾਹੌਰ ਆਪਣੇ ਨਗਰ ਘਰ ਪਹੁੰਚਿਆ, ਸ੍ਰੀ ਗੁਰੂ ਜਸ ਤਹਿ ਵਰਨਤ ਭਇਓ। ਉੱਥੇ ਜਾ ਕੇ ਲਾਹੌਰ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਉਪਮਾ ਜਸ ਕੀਤਾ ਭਾਈ ਲੱਦੇ ਨੇ। ਦੋਹਰਾ ਚਾਰ ਭਗਤ ਤੈ ਠਾਂ ਰਹੈ। ਜਦੋਂ ਭਾਈ ਲੱਦਾ ਜੀਆਂ ਨੇ ਜਾ ਕੇ ਲਾਹੌਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਦੀ ਮਹਿਮਾ ਸੁਣਾਈ, ਉਪਮਾ ਸੁਣਾਈ, ਇਹ ਉਪਮਾ ਭਗਤਾਂ ਨੂੰ ਵੀ ਪਤਾ ਲੱਗਿਆ। ਜਿਹੜੇ 4 ਭਗਤ ਲਾਹੌਰ ਵਿੱਚ ਰਹਿੰਦੇ ਸੀ, ਕਾਨਾ ਛੱਜੂ ਜਾਨ। ਕਾਨਾ ਸੀ, ਛੱਜੂ ਭਗਤ ਸੀ, ਸ਼ਾਹ ਹੁਸੈਨ ਪੀਲੋ ਭਗਤ। ਇਸੇ ਤਰ੍ਹਾਂ ਸ਼ਾਹ ਹੁਸੈਨ ਸੀ ਤੇ ਭਗਤ ਪੀਲੋ ਸੀ। ਮਨ ਮੈਂ ਭਗਤ ਗੁਮਾਨ। ਜਿਨ੍ਹਾਂ ਦੇ ਮਨ ਦੇ ਵਿੱਚ ਹੰਕਾਰ ਸੀ ਕਿ ਅਸੀਂ ਭਗਤ ਹਾਂ, ਭਗਤੀ ਕਰਦੇ ਹਾਂ। ਲੱਦੇ ਸੋ ਪੂਛਤ ਭਏ। ਇਹਨਾਂ ਨੇ ਫਿਰ ਲੱਦੇ ਨੂੰ ਬੁਲਾ ਕੇ ਕੋਲ ਪੁੱਛਿਆ ਹੈ ਭਾਈ ਲੱਦਾ ਜੀਆਂ ਨੂੰ। ਕਹੋ ਨਿਜ ਗੁਰ ਕੀ ਬਾਤ। ਆਖਿਆ ਭਾਈ ਲੱਦਾ ਤੂੰ ਭਾਵ ਕਿ ਅੰਮ੍ਰਿਤਸਰ ਸਾਹਿਬ ਜਾ ਕੇ ਆਇਆ, ਆਪਣੇ ਗੁਰੂ ਦੀ ਗੱਲਬਾਤ ਸੁਣਾ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੇ ਆਪਾਂ ਘਰ ਮੰਨੀਏ, ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਚੂਨਾ ਮੰਡੀ ਲਾਹੌਰ ਦੇ ਰਹਿਣ ਵਾਲੇ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਲਾਹੌਰ ਰਹਿ ਕੇ ਜੋ ਘਰ ਧਰਮਸਾਲ ਬਣ ਚੁੱਕੀ ਸੀ, ਮਹਾਰਾਜ ਦਾ ਘਰ ਸੀ ਜਿਹੜਾ, ਅਤੇ ਉੱਥੇ ਮਹਾਰਾਜ ਨੇ ਰਹਿ ਕੇ ਕਾਫੀ ਲੰਮਾ ਸਮਾਂ ਸਿੱਖੀ ਦਾ ਪ੍ਰਚਾਰ ਕੀਤਾ ਸੀ। ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਸਾਈਂ ਮੀਆਂ ਮੀਰ ਦੇ ਨਾਲ ਵੀ ਮਹਾਰਾਜ ਦਾ ਬਹੁਤ ਮਿਲਾਪ ਸੀ। ਉਹ ਵੀ ਆਉਂਦਾ ਜਾਂਦਾ ਰਹਿੰਦਾ ਸੀ, ਮਹਾਰਾਜ ਵੀ ਉਹਦੇ ਕੋਲ ਜਾਂਦੇ ਸੀ। ਇਸ ਕਰਕੇ ਹੁਣ ਜਦੋਂ ਪਤਾ ਲੱਗਿਆ ਕਿ ਬਾਣੀ ਦੀ ਰਚਨਾ ਕਰ ਰਹੇ ਨੇ, ਗ੍ਰੰਥ ਸਾਹਿਬ ਭੀੜ ਲਿਖ ਰਹੇ ਨੇ, ਤਾਂ ਇਸ ਕਰਕੇ ਇਹਨਾਂ ਨੇ ਭਾਈ ਲੱਦੇ ਨੂੰ ਕੋਲ ਸੱਦਿਆ ਹੈ। ਸਾਰੀ ਖਬਰ ਮਿਲੀ ਤੇ ਕਿਆ ਰਹਿਣੀ ਕਿਆ ਕਰਤ ਹੈ। ਕੀ ਆਖਿਆ ਕਿ ਸਤਿਗੁਰਾਂ ਦੀ ਕੀ ਰਹਿਣੀ ਹੈ, ਕੀ ਮਰਜ਼ਾਦਾ ਹੈ, ਹੁਣ ਇਸ ਟਾਈਮ ਕੀ ਕਰਦੇ ਹਨ। ਤੁਮ ਦੇਖਿਓ ਵਿਖਿਆਤ। ਤੂੰ ਜਾ ਕੇ ਆਇਆ, ਪ੍ਰਗਟ ਦੇਖ ਕੇ ਆਇਆ ਹੈ। ਚੌਪਈ ਲੱਦੇ ਕਹਾ ਸ਼ਾਂਤ ਚਿਤ ਧਾਰੀ। ਲੱਦਾ ਕਹਿਣ ਲੱਗਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਸੋਮੇ ਬਹੁਤ ਧੀਰਜ ਵਾਲੇ, ਟਿਕਾ ਵਾਲੇ ਨੇ। ਅਜ ਅਬਿਨਾਸ਼ੀ ਪਰ ਉਪਕਾਰੀ। ਬਹੁਤ ਪਰਉਪਕਾਰੀ ਪਰਮੇਸ਼ਰ ਦਾ ਹੀ ਰੂਪ ਨੇ, ਨਿਰੰਕਾਰ ਦੀ ਹੀ ਜੋਤ ਹਨ। ਗੁਰਬਾਣੀ ਕਾ ਗ੍ਰੰਥ ਬਣਾਇਓ। ਗੁਰਬਾਣੀ ਦਾ ਗ੍ਰੰਥ ਬਣਾ ਰਹੇ ਨੇ, ਬੀੜ ਸਾਹਿਬ ਲਿਖਾ ਰਹੇ ਨੇ ਭਾਈ ਗੁਰਦਾਸ ਦੇ ਪਾਸੋਂ। ਤਾਰਨ ਜਗਤ ਜਹਾਜ਼ ਸੁਹਾਇਓ। ਕਿਉਂ ਮਾਨੋ ਇਹ ਜਗਤ ਨੂੰ ਤਾਰਨ ਵਾਸਤੇ ਇੱਕ ਬਹੁਤ ਸੋਭਨੀਕ ਵੱਡਾ ਜਹਾਜ਼, ਬਹਿਰੀ ਜਹਾਜ਼ ਤਿਆਰ ਕੀਤਾ ਹੈ। ਸਭ ਭਗਤਨ ਕੇ ਸ਼ਬਦ ਲਿਖਾਏ। ਜਿਸ ਬਾਣੀ ਦੇ ਵਿੱਚ ਆਪਣੀ ਬਾਣੀ ਵੀ ਲਿਖਾਈ ਹੈ, ਸਾਰੇ ਭਗਤਾਂ ਦੇ ਭਾਵ ਕਿ ਸ਼ਬਦ ਲਿਖਾਏ ਨੇ, ਬਾਣੀ ਲਿਖਾਈ ਹੈ ਭਗਤਾਂ ਦੀ। ਨਿਸ਼ਕਪਟ ਭਗਤ ਜੋ ਪ੍ਰਭ ਮਨ ਭਾਏ। ਉਹ ਭਗਤ ਜਿਹੜੇ ਪਰਮੇਸ਼ਰ ਨੂੰ ਭਾਏ ਹੋਏ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਆ ਸੰਸਾਰ ਦੀ ਮਾਇਆ ਨੂੰ ਕੱਢ ਕੇ ਸ਼ੁੱਧ ਪਵਿੱਤਰ ਹਿਰਦੇ ਵਾਲੇ ਹਨ। ਇਹ ਸੁਣ ਤਿਨੈ ਕ੍ਰੋਧ ਮਨ ਕੀਨਾ। ਇਹ ਸੁਣ ਕਰਕੇ ਇਹਨਾਂ ਨੇ ਫਿਰ ਮਨ ਦੇ ਵਿੱਚ ਕ੍ਰੋਧ ਕੀਤਾ, ਗੁੱਸਾ ਕੀਤਾ ਹੈ। ਦੇ ਗਹਿ ਜਹ ਭਗਤ ਨਾ ਚੀਨਾ। ਕੀ ਆਖਿਆ, ਕਹਿੰਦੇ ਨਾ ਤਾਂ ਉਹਨਾਂ ਭਗਤਾਂ ਦਾ ਸਰੀਰ ਹੈ,
ਨਾ ਹੀ ਉਹਨਾਂ ਦਾ ਘਰ ਹੈ, ਤੇ ਉਹ ਭਗਤ ਹੁਣ ਦੁਨੀਆ ਤੇ ਹੈ ਵੀ ਨਹੀਂ। ਤਾਂ ਤੇ ਸ਼ਬਦ ਲਿਖੇ ਗੁਰ ਤੋਰੇ, ਤੇਰੇ ਗੁਰੂ ਨੇ ਉਹਨਾਂ ਦੇ ਸ਼ਬਦ ਲਿਖ ਦਿੱਤੇ ਹਨ ਗ੍ਰੰਥ ਸਾਹਿਬ ਦੇ ਵਿੱਚ। ਹਮਰੇ ਬਿਨ ਪਰਮਾਨ ਨ ਸੋਰੇ, ਹੰਕਾਰ ਦੇ ਵਿੱਚ ਕਹਿੰਦੇ ਨੇ ਚਾਰੇ ਭਗਤ, ਕਹਿੰਦੇ ਜਿੰਨਾ ਚਿਰ ਸਾਡੀ ਬਾਣੀ ਨਹੀਂ ਲਿਖਣਗੇ ਉਹਨਾਂ ਚਿਰ ਗ੍ਰੰਥ ਨੂੰ ਪ੍ਰਵਾਨਤਾ ਨਹੀਂ ਮਿਲਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੰਕਾਰ ਦੀਆਂ ਗੱਲਾਂ ਕਰਦੇ ਹਨ। ਚਾਰੋਂ ਨਿਜ ਮਨ ਗੁਰ ਨਿਕਟ ਮਨ ਰਸ਼ਾਦਾਏ, ਇਸ ਤਰ੍ਹਾਂ ਵਿਚਾਰਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ। ਸੁਦਾ ਸਰੋਵਰ ਚੱਲੈ ਨਿਹਾਰੀ, ਇਹ ਕਹਿੰਦੇ ਵੀ ਚਲੋ ਆਪਾਂ ਇਕੱਤਰ ਹੋ ਕਰਕੇ ਅੰਮ੍ਰਿਤਸਰ ਸਰੋਵਰ ਚੱਲਦੇ ਹਾਂ। ਅਸ ਵਿਚਾਰ ਚਾਰੋਂ ਤਬ ਆਏ, ਇਹ ਵਿਚਾਰ ਕਰਕੇ ਚਾਰੇ ਹੀ ਚੱਲਦੇ ਹਨ। ਸ੍ਰੀ ਗੁਰ ਨਿਕਟ ਮਾਨ ਰਿਧ ਛਾਏ, ਮਨ ਹੈ, ਮਨ ਦੇ ਵਿੱਚ ਹੰਕਾਰ ਹੈ, ਸਤਿਗੁਰੂ ਮਹਾਰਾਜ ਦੇ ਨੇੜੇ ਪਹੁੰਚੇ। ਸ੍ਰੀ ਗੁਰ ਉੱਠੇ ਦੇਖ ਤਿਨ ਆਵਤ, ਸਤਿਗੁਰੂ ਮਹਾਰਾਜ ਨੇ ਦੇਖਿਆ ਕਿ ਭਗਤ ਆ ਰਹੇ ਨੇ, ਅੰਤਰਜਾਮੀ ਸੀ। ਸਤਿਗੁਰਾਂ ਨੇ ਦੇਖ ਲਿਆ ਕਿ ਮਾਣ ਹੰਕਾਰ ਚ ਆਏ ਨੇ, ਪਰ ਉਹਨਾਂ ਦਾ ਮਾਣ ਹੰਕਾਰ ਰੱਖਣ ਵਾਸਤੇ ਵੀ ਇਹ ਇੱਕ ਵਿਧ ਨੀਤੀ ਹੈ। ਜੇ ਕੋਈ ਆਪਣੀ ਸੋਭਾ ਚਾਹੁੰਦਾ ਹੈ, ਜਦੋਂ ਕਿਸੇ ਗਿਆਨਵਾਨ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹ ਸੋਭਾ ਚਾਹੁੰਦਾ, ਉਹਦੀ ਸੋਭਾ ਕਰ ਦਿੰਦੇ ਨੇ, ਉਹਦੀ ਨਿੰਦਿਆ ਨਹੀਂ ਕਰਦੇ ਜਾਂ ਉਹਦੀ ਛੁਟਿਆਈ ਨਹੀਂ ਕਰਦੇ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਦੇਖ ਲਿਆ ਕਿ ਮਾਣ ਚਾਹੁੰਦੇ ਨੇ ਥੋੜ੍ਹਾ ਜਿਹਾ। ਸਤਿਗੁਰੂ ਮਹਾਰਾਜ ਉਹਨਾਂ ਦੇ ਪਿਆਰ ਦੇ ਵਿੱਚ ਉਹਨਾਂ ਨੂੰ ਦੇ ਕੇ ਖੜੇ ਹੋਏ। ਪਰਸ ਪਰ ਬੰਧਨ ਕਰ ਸੁਖ ਪਾਵਤ, ਆਪਸ ਵਿੱਚ ਹੀ ਸਤਿਗੁਰੂ ਮਹਾਰਾਜ ਜੀਆਂ ਨੂੰ ਵੀ ਵੰਦਨਾ ਕੀਤੀ। ਸਤਿਗੁਰੂ ਮਹਾਰਾਜ ਨੇ ਵੀ ਉਹਨਾਂ ਦਾ ਸਤਿਕਾਰ ਕੀਤਾ। ਬੜਾ ਸੁਖ ਵਧਿਆ ਹੈ। ਦੋਹਰਾ ਹਰਖ ਸਹਿਤ ਬੈਠਤ ਭਏ, ਬੜੀ ਖੁਸ਼ੀ ਦੇ ਨਾਲ ਚਾਰੇ ਭਗਤ ਬੈਠ ਜਾਂਦੇ ਨੇ। ਸਤਿਗੁਰੂ ਮਹਾਰਾਜ ਨੇ ਜੋ ਆਸਣ ਟਿਕਾਣਾ ਦਿੱਤਾ ਬੈਠਣ ਵਾਸਤੇ। ਸ੍ਰੀ ਗੁਰਮੁਖੋਂ ਉਚਾਰ, ਸਤਿਗੁਰੂ ਮਹਾਰਾਜ ਹੁਣ ਪਵਿੱਤਰ ਮੁਖਾਰਬਿੰਦ ਤੋਂ ਹਾਲ ਚਾਲ ਪੁੱਛ ਕੇ ਬਚਨ ਕਰਦੇ ਨੇ। ਵੱਡ ਕਿਰਪਾ ਹਮ ਪਰ ਕਰੀ, ਪਾਤਸ਼ਾਹ ਕਹਿਣ ਲੱਗੇ, ਭਗਤੋ ਤੁਸੀਂ ਵੱਡੀ ਕਿਰਪਾ ਕੀਤੀ ਹੈ। ਦਿਓ ਦਰਸ ਇਹ ਵਾਰ, ਤੁਸੀਂ ਨੇ ਆ ਕੇ ਸਾਨੂੰ ਦਰਸ਼ਨ ਦੀਦਾਰ ਕੀਤਾ ਇਸ ਵਾਰੀ। ਕਾਰਨ ਕੀ ਹੈ? ਕਾਨਾ ਤਬ ਬੋਲਤ ਭਇਓ, ਤਾਂ ਇਹਨਾਂ ਵਿੱਚੋਂ ਕਾਨਾ ਸੀ ਜਿਹੜਾ ਉਹ ਜ਼ਿਆਦੇ ਵੱਡਾ ਭਗਤ ਕਹਾਉਂਦਾ ਸੀ। ਤਾਂ ਇਹ ਭਗਤ ਕਹਿਣ ਲੱਗਿਆ, ਕਾਨਾ ਇਹ ਕਾਰਨ ਹਮ ਆਏ, ਕਹਿਣ ਲੱਗਿਆ ਵੀ ਅਸੀਂ ਆਉਣ ਦਾ ਸਾਡਾ ਕਾਰਨ ਇਹ ਹੋਇਆ, ਸਬਬ ਇਹ ਬਣਿਆ, ਤਾਂ ਅਸੀਂ ਚੱਲ ਕੇ ਆਏ ਹਾਂ। ਰਚਿਓ ਗ੍ਰੰਥ ਤੁਮ ਹਮ ਸੁਨਿਓ, ਕਿਉਂਕਿ ਸਾਨੂੰ ਪਤਾ ਲੱਗਿਆ ਕਿ ਆਪ ਨੇ ਗ੍ਰੰਥ ਰਚਿਆ ਹੈ, ਇੱਕ ਬਾਣੀ ਦੀ ਬੀੜ ਤਿਆਰ ਕੀਤੀ ਹੈ। ਭਗਤਨ ਸ਼ਬਦ ਲਿਖਾਏ, ਜਿਹਦੇ ਵਿੱਚ ਜਿੱਥੇ ਤੁਸੀਂ ਆਪਣੀ ਬਾਣੀ ਲਿਖੀ ਹੈ, ਗੁਰੂਆਂ ਦੀ ਬਾਣੀ ਲਿਖੀ ਹੈ, ਉੱਥੇ ਭਗਤਾਂ ਦੀ ਬਾਣੀ ਵੀ ਤੁਸੀਂ ਲਿਖ ਰਹੇ ਹੋ। ਸਾਨੂੰ ਇਸ ਗੱਲ ਦਾ ਪਤਾ ਲੱਗਿਆ ਹੈ। ਓ ਭਾਈ ਦੇ ਗਏ ਤਿਨਕੇ ਨਹਿ ਕੋਈ, ਨਾ ਤਾਂ ਉਹਨਾਂ ਦਾ ਸਰੀਰ ਹੈ ਕਿਉਂਕਿ ਪਹਿਲਾਂ ਚਲੇ ਗਏ ਨੇ, ਨਾ ਉਹਨਾਂ ਦਾ ਕੋਈ ਘਰ ਹੈ, ਉਰੇ ਹੈ ਨਹੀਂ, ਸੰਸਾਰ ਦੇ ਵਿੱਚ ਮਰ ਗਏ ਨੇ। ਕਹਾਂ ਭਏ ਨਰ ਜਾਨ ਨ ਹੋਈ, ਫਿਰ ਉਹਨਾਂ ਨੂੰ ਕੋਈ ਲੋਕ ਸੰਸਾਰ ਦੇ ਵਿੱਚ ਜਾਣਦੇ ਵੀ ਨਹੀਂ ਹਨ ਕਿ ਉਹਨਾਂ ਦਾ ਪਿੰਡ, ਗਾਉਂ, ਘਰ-ਬਾਰ ਕਿੱਥੇ ਦੇ ਰਹਿਣ ਵਾਲੇ ਸੀ। ਤਿਨਕੇ ਤੁਮ ਇਹ ਸ਼ਬਦ ਲਿਖਾਏ, ਜਿਨ੍ਹਾਂ ਭਗਤਾਂ ਦੇ ਸ਼ਬਦ ਤੁਸੀਂ ਬਾਣੀ ਦੇ ਵਿੱਚ ਲਿਖ ਦਿੱਤੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲਾਂ ਇਹਨਾਂ ਨੇ ਆਪਣੇ ਮਾਣ ਹੰਕਾਰ ਚ ਕਹੀਆਂ ਨੇ। ਹਮ ਜੀਵਤ ਨਹੀਂ ਬੋਲ ਪਠਾਏ, ਕਹਿਣ ਲੱਗੇ ਅਸੀਂ ਜਿਉਂਦੇ ਹਾਂ, ਚਾਰੇ ਭਗਤ ਬੈਠੇ ਹਾਂ ਤੁਹਾਡੇ ਕੋਲ, ਲਾਹੌਰ ਦੇ ਰਹਿਣ ਵਾਲੇ, ਤੁਹਾਡਾ ਵੀ ਨਗਰ ਹੈ, ਪਰ ਤੁਸੀਂ ਸਾਨੂੰ ਚਾਰਾਂ ਨੂੰ ਬੁਲਾਇਆ ਨਹੀਂ ਹੈ। ਹਮਰੀ ਬਾਣੀ ਨਹਿ ਚੜਾਵੋ, ਕਿ ਸਾਡੀ ਬਾਣੀ ਤੁਸੀਂ ਨੇ ਗ੍ਰੰਥ ਸਾਹਿਬ ਦੇ ਵਿੱਚ ਚੜਾਉਣੀ ਨਹੀਂ ਹੈ। ਇਹ ਗੱਲਾਂ ਕਾਹਨੇ ਨੇ ਆਖੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ। ਤੁਮੈ ਪ੍ਰਮਾਣ ਗ੍ਰੰਥ ਕਸ ਪਾਵੋ, ਜੇ ਤੁਸੀਂ ਸਾਡੀ ਬਾਣੀ ਨਾ ਚੜਾਈ ਤਾਂ ਫਿਰ ਤੁਹਾਡੇ ਗ੍ਰੰਥ ਦਾ ਕੀ ਪ੍ਰਮਾਣ ਹੋਵੇਗਾ? ਕਿਉਂਕਿ ਅਸੀਂ ਮੌਜੂਦਾ ਭਗਤਾਂ ਦੀ ਤਾਂ ਬਾਣੀ ਨਹੀਂ ਵਿੱਚ ਹੈ, ਗਵਾਹੀ ਨਹੀਂ ਕੋਈ। ਇਸ ਤਰ੍ਹਾਂ ਦੀਆਂ ਹੰਕਾਰ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ। ਸ੍ਰੀ ਗੁਰੂ ਕਹਾ ਬਾਣੀ ਨਿਜ ਰਰੋ, ਮਹਾਰਾਜ ਕਹਿਣ ਲੱਗੇ, ਅੱਛਾ ਜੇ ਤੁਸੀਂ ਚਾਹੁੰਦੇ ਹੋ ਤਾਂ ਫਿਰ ਸਾਨੂੰ ਸੁਣਾਓ ਵੀ ਤੁਹਾਡੀ ਬਾਣੀ ਕਹੀ ਜੀ ਹੈ। ਪਾਤਸ਼ਾਹ ਨੇ ਪੁੱਛਿਆ ਹੈ। ਪ੍ਰਿਥਕ ਪ੍ਰਿਥਕ ਜਿਉ ਇੱਛਾ ਧਰੋ, ਜਿਵੇਂ ਜਿਵੇਂ ਤੁਹਾਡੀ ਇੱਛਾ ਹੈ, ਜਿਵੇਂ ਜਿਵੇਂ ਤੁਹਾਡੇ ਕੋਲ ਗਿਆਨ ਹੈ, ਜਿਸ ਤਰ੍ਹਾਂ ਦੀ ਤੁਹਾਡੀ ਬਾਣੀ ਹੈ, ਕੱਲੇ ਕੱਲੇ ਸਾਨੂੰ ਬਾਣੀ ਸੁਣਾਓ ਆਪਣੀ। ਕਾਨੇ ਮੁਖ ਅਸਬਾਨੀ ਕਹੀ, ਹੁਣ ਕਾਨਾ ਸੀ ਜਿਹੜਾ ਆਪਣੇ ਮੁਖੋਂ ਬਾਣੀ ਉਚਾਰਨ ਕਰਕੇ ਮਹਾਰਾਜ ਨੂੰ ਸੁਣਾਉਣ ਲੱਗਿਆ ਹੈ। ਉਹੀ ਰੇ ਮੈਂ ਉਹੀ ਸਹੀ, ਕੀ
ਇਹ ਕਹਿਣ ਲੱਗਿਆ ਇੱਥੇ ਕਵੀ ਜੀਆਂ ਨੇ ਸਾਰਾ ਉਹਨਾਂ ਦਾ ਸ਼ਬਦ ਨਹੀਂ ਲਿਖਿਆ। ਚੂੜਾਮਨ ਕਵੀ ਭਾਈ ਸੰਤੋਖ ਸਿੰਘ ਲਿਖਦੇ ਨੇ, ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖਿਆ ਹੈ, ਹੋਰ ਵੀ ਗ੍ਰੰਥਾਂ 'ਚ ਆਉਂਦਾ ਹੈ। ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪ੍ਰਾਨ ਸਭ ਗਾਵੈ, ਖੋਜਤ ਖੋਜ ਨ ਕੋਈ ਰੇ। ਜਾ ਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ। ਬ੍ਰਹਮਾ ਵਿਸ਼ਨ ਮੇਸ ਰਾਧਾ, ਸਭ ਕਰਦੇ ਤਾ ਜਾ ਕੀ ਸੀਵਾ ਰੇ। ਕਹਿ ਕਾਨਾ ਅਸ ਮਮ ਸਰੂਪ ਹੈ, ਅਪਰੰਪਰ ਲਖ ਭੀਵਾ ਰੇ। ਭਾਵ ਕਿ ਆਪਣੇ ਆਪ ਨੂੰ ਹੀ ਬ੍ਰਹਮ ਮੰਨ ਬੈਠਿਆ, ਪਰਮੇਸ਼ਰ ਬਣ ਬੈਠਿਆ। ਇਸ ਤਰ੍ਹਾਂ ਦਾ ਇਹਨੇ ਮੈਂ ਉਹੀ ਰੇ ਮੈਂ ਉਹੀ, ਭਾਵ ਕਿ ਮੈਂ ਹੀ ਰੱਬ ਹਾਂ। ਸ੍ਰੀ ਗੁਰੂ ਕਹਾ ਪ੍ਰਮਾਨ ਨ ਬੈਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਾਨਿਆ ਤੇਰੇ ਜਿਹੜੇ ਬੋਲ ਨੇ ਇਹਨਾਂ ਵਿੱਚ ਪ੍ਰਮਾਣ, ਭਾਵ ਕਿ ਇਹ ਸ਼ੁੱਧ ਬੋਲ ਨਹੀਂ ਹਨ। ਜੋ ਭਗਤਾਂ ਦੇ ਬੋਲ ਹੋਇਆ ਕਰਦੇ ਨੇ, ਭਗਤ ਪਰਮਾਤਮਾ ਦੇ ਪ੍ਰੈਣ ਹੁੰਦੇ ਨੇ, ਉਹਦੇ ਪਿਆਰ ਵਿੱਚ ਹੁੰਦੇ ਨੇ, ਉਹ ਆਪਣੇ ਆਪ ਨੂੰ ਨਹੀਂ ਜਤਾਉਂਦੇ। ਤੂੰ ਤਾਂ ਆਪ ਹੀ ਬਣ ਬੈਠਿਆ ਹੈ। ਭਗਤ ਪੰਥ ਇਹ ਜਗ ਸੁਖ ਦੇਨਾ। ਕਿਉਂਕਿ ਭਗਤੀ ਦਾ ਜਿਹੜਾ ਮਾਰਗ ਹੈ ਉਹਦੇ ਵਿੱਚ ਸੁਖਦਾਇਕ ਮਾਰਗ ਨਹੀਂ ਹੈ ਜੋ ਤੇਰਾ ਮਾਰਗ ਹੈ। ਕਾਨੇ ਕਹਾ ਹਮ ਬੈਨ ਹਟਾਏ। ਕਿਉਂਕਿ ਤਤ ਤਵੰ ਬ੍ਰਹਮ ਅਸਮੀ ਵਿਦਾਂਤ ਦੇ ਵਿੱਚ ਆਉਂਦਾ, ਜਿਹੜੀ ਇਹ ਕਾਨਾ ਗੱਲ ਕਰਦਾ ਸੀ, ਮਹਾਰਾਜ ਨੇ ਰੋਕ ਦਿੱਤਾ ਹੈ। ਕਾਨੇ ਕਹਾ ਹਮ ਬੈਨ ਹਟਾਏ। ਕਾਨਾ ਕਹਿਣ ਲੱਗਿਆ, ਠੀਕ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਡੀ ਗੱਲ ਮੰਨਦਾ, ਮੈਂ ਆਪਣੀ ਬਾਣੀ ਨਹੀਂ ਚੜਾਉਂਦਾ। ਜਾਂ ਤੇ ਤੁਮ ਬੜ ਲਹੋ ਸਜਾਏ। ਤਾਂ ਇਸ ਕਰਕੇ ਤੁਹਾਨੂੰ ਵੀ ਫਿਰ ਸਜ਼ਾ ਮਿਲਣੀ ਹੈ ਜੇ ਤੁਸੀਂ ਹੁਣ ਮੇਰੀ ਬਾਣੀ ਨੂੰ ਰੋਕ ਦਿੱਤਾ ਹੈ। ਸ੍ਰੀ ਗੁਰੂ ਕਹਾ ਦੇਹ ਥਿਰ ਨਾਹੀ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਾਨਿਆ ਇਹ ਜਿਹੜਾ ਸਰੀਰ ਹੈ, ਸਰੀਰ ਤਾਂ ਸਦੀਵ ਕਾਲ ਸਥਿਰ ਨਹੀਂ ਹੈ, ਕੋਈ ਰਿਹਾ ਜਿਉਂਦਾ ਵਕਤ ਆਣਾ ਸਾਰਿਆਂ ਨੇ ਜਾਣਾ ਹੈ। ਤੁਮ ਪੀ ਮਰੋ ਪੈਂਡ ਕੇ ਮਾਹੀ। ਮਹਾਰਾਜ ਕਹਿੰਦੇ ਤੈਂ ਵੀ ਤਾਂ ਚਲੇ ਜਾਣਾ ਹੈ ਜਦੋਂ ਸਮਾਂ ਆ ਗਿਆ। ਇਸ ਤਰ੍ਹਾਂ ਮਹਾਰਾਜ ਨਾਲ ਵਾਰਤਾਲਾਪ ਹੋਈ ਵਿਸਤਾਰ ਨਾਲ, ਥੋੜ੍ਹੀ ਜਿਹੀ ਐਉਂ ਹੈ। ਮਹਾਰਾਜ ਨੂੰ ਕਹਿਣ ਲੱਗਿਆ ਕਿ ਤੁਸੀਂ ਤੁਰਕਾਂ ਦੇ ਘਰ ਸਰੀਰ ਤਿਆਗੋਗੇ। ਮਹਾਰਾਜ ਕਹਿਣ ਲੱਗੇ, ਕਾਨਿਆ ਫਿਰ ਤੈਂ ਵੀ ਛੇਤੀ ਚਲੇ ਜਾਣਾ ਹੈ। ਕਹਿਣ ਲੱਗਿਆ, ਮੈਂ ਤਾਂ 10ਵੇਂ ਦੁਆਰ ਸਵਾਸ ਚੜ੍ਹਾ ਲੂੰਗਾ। ਪਰ ਮਹਾਰਾਜ ਕਹਿੰਦੇ ਨਹੀਂ, ਇਹ ਤੇਰਾ ਸਮਾਂ ਆ ਜਾਣਾ ਹੈ। ਦੋਹਰਾ ਕਾਨੇ ਤਬ ਐਸੀ ਚਿਤੀ। ਤਾਂ ਕਾਨੇ ਨੇ ਮਨ ਦੇ ਵਿੱਚ ਇਹ ਚਿਤਵਲੀ ਹੈ। ਜਾਨੋ ਜੋਗ ਅਭਿਆਸ। ਕਿਉਂਕਿ ਜੋਗਾ ਅਭਿਆਸੀ ਸੀ, ਇਸੇ ਕਰਕੇ ਤਤ ਤਵੰ ਬ੍ਰਹਮ ਅਸਮੀ ਆਪਣੇ ਆਪ ਨੂੰ ਹੀ ਰੱਬ ਮੰਨਦਾ ਸੀ। ਕਾਲ ਨਿਕਟ ਆਵੈ ਨਹੀਂ। ਵੀ ਮੇਰੇ ਕੋਲ ਕਾਲ ਨਹੀਂ ਨੇੜੇ ਆ ਸਕਦਾ ਜਦੋਂ ਮੈਂ 10ਵੇਂ ਦੁਆਰ ਸਵਾਸ ਚੜਾ ਲੇ। 10ਵਾਂ ਦੁਆਰ ਧਰਵ ਸਵਾਸ। 10ਵੇਂ ਦੁਆਰ ਸਵਾਸ ਬੈਠ ਜਾਗਾ ਚੜਾ ਕਰਕੇ ਆਤਮਾ ਲੈ ਕੇ। ਪੀਲੋ ਕੋ ਆਗਿਆ ਕਰੀ। ਐਨੇ ਸਤਿਗੁਰੂ ਮਹਾਰਾਜ ਪੀਲੋ ਨੂੰ ਕਹਿੰਦੇ ਨੇ, ਇਹ ਦੂਜਾ ਭਗਤ ਸੀ। ਸ੍ਰੀ ਗੁਰੂ ਮਨ ਸੁਖ ਪਾਏ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਬਖਸ਼ਿਸ਼ਾਂ ਦੇ ਦਾਤੇ, ਸੁੱਖਾਂ ਦੀਆਂ ਰਹਿਮਤਾਂ ਕਰਨ ਵਾਲੇ ਹਨ। ਨਿਜ ਬਾਣੀ ਤੁਮ ਪੀ ਕਹੋ। ਮਹਾਰਾਜ ਕਹਿਣ ਲੱਗੇ, ਭਾਈ ਪੀਲੋ ਭਗਤ ਜੀ ਹੁਣ ਤੂੰ ਵੀ ਆਪਣੀ ਸ਼ਬਦ ਸੁਣਾ ਦੇ। ਪੀਲੋ ਕਹਾ ਸੁਣਾਏ। ਹੁਣ ਪੀਲੋ ਵੀ ਆਪਣੀ ਗੱਲ ਸੁਣਾਉਣ ਲੱਗਿਆ, ਜਿਹੜਾ ਉਹਦਾ ਸਿਧਾਂਤ ਸੀ। ਅਸਾਂ ਨਾਲੋਂ ਸੇ ਭਲੇ। ਕਹਿੰਦਾ ਸਾਡੇ ਨਾਲ ਉਹੀ ਚੰਗੇ ਹਨ। ਜਨਮਤ ਹੀ ਮਰ ਜਾਤ। ਜਿਹੜੇ ਜੰਮਦੇ ਹੀ ਮਰ ਜਾਂਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਉਹੀ ਚੰਗੇ ਨੇ ਜਿਹੜੇ ਜੰਮਦੇ ਹੀ ਮਰ ਜਾਂਦੇ ਨੇ। ਕਿਉਂਕਿ ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੂਏ, ਉਹਨਾਂ ਚਿੱਕੜ ਪਾਵ ਨਾ ਬੌੜਿਆ ਨਾ ਆਲੂਦ ਪਏ। ਕਹਿੰਦੇ ਉਹ ਜੰਮਣ ਦੇ ਸਮੇਂ ਹੀ ਮਰ ਗਏ। ਵਿਖੈ ਕੀਜ ਆਲੂਦ ਨ ਹੈ। ਕਿਉਂਕਿ ਆ ਸੰਸਾਰ ਦੀ ਮਾਇਆ ਜਿਹੜੀ ਬਿਓ ਰੂਪ, ਜਿਹਦੇ ਚਿੱਕੜ ਦੇ ਵਿੱਚ ਜੀਵ ਫਸ ਜਾਂਦਾ ਹੈ, ਭਈ ਨ ਜਗ ਕੀ ਤਾਤ। ਉਹਨਾਂ ਨੂੰ ਆ ਜਗਤ ਦੀ ਮਾਇਆ ਨਹੀਂ ਲੱਗੀ, ਜੰਮਦਿਆਂ ਹੀ ਮਰ ਗਏ। ਪਰ ਮਹਾਰਾਜ ਦਾ ਸਿਧਾਂਤ ਇਹ ਥੋੜ੍ਹਾ ਹੈ। ਗੁਰੂ ਨਾਨਕ ਦੇ ਘਰ ਦਾ ਤਾਂ ਸਿਧਾਂਤ ਵੱਖਰਾ ਹੈ। ਜੀਵਤ ਹੀ ਹਰ ਕੋਲ ਹੈ। ਮਹਾਰਾਜ ਕਹਿਣ ਲੱਗੇ, ਕਾਨਿਆ ਭਾਵੇਂ ਵਾਹਿਗੁਰੂ ਪੀਲੂ, ਭਾਵ ਕਿ ਇਹ ਗੱਲ ਨਹੀਂ ਗੱਲ ਬਣਦੀ ਹੈਗੀ। ਸਾਡਾ ਸਿਧਾਂਤ ਤਾਂ ਇਹ ਹੈ ਕਿ ਸੰਸਾਰ ਦੇ ਵਿੱਚ ਮਨੁੱਖਾ ਜਨਮ ਮਿਲਦਾ ਹੈ, ਮਾਨਸ ਦੇਹੀ ਪ੍ਰਾਪਤ ਹੁੰਦੀ ਹੈ। ਇਹ ਮਾਨਸ ਦੇਹੀ ਇੱਕ ਰਸਤਾ ਹੈ ਪਰਮਾਤਮਾ ਨੂੰ ਪਾਉਣ ਦਾ, ਪਰਮੇਸ਼ਰ ਨੂੰ ਮਿਲਣ ਦਾ। ਜੇ ਜੰਮਦੇ ਹੀ ਮਰ ਗਏ ਰੱਬ ਨੂੰ ਕਿਵੇਂ ਮਿਲੇਗਾ? ਕਿਉਂਕਿ ਪਰਮੇਸ਼ਰ, ਜੇ ਆਪਾਂ ਮਾਇਆ ਤੋਂ ਡਰਦੇ ਮਰ ਗਏ, ਜੇ ਹੁਣ ਕੋਈ ਡਰਦਾ ਹੋਇਆ ਕਿਸ਼ਤੀ 'ਚ ਬੇੜੀ 'ਚ ਬੈਠੇ ਨਾ ਬੈਠੇ ਤਾਂ ਪਾਰ ਕਿਵੇਂ ਲੰਘੂ? ਉਹਨੂੰ ਬੈਠਣਾ ਹੀ ਪੈਣਾ ਕਿਸ਼ਤੀ 'ਚ, ਤਾਂ ਹੀ ਪਾਰ ਲੰਘੂ। ਪਰ ਇਹ ਧਿਆਨ ਰੱਖਣਾ ਪੈਣਾ ਕਿ ਬੇੜੀ ਪਾਰ ਲੱਗ ਜੇ।
ਸਾਨੂੰ ਵੀ ਇਹ ਧਿਆਨ ਰੱਖਣਾ ਪੈਣਾ, ਮਨੁੱਖਾ ਜਨਮ ਮਿਲਿਆ ਕਿ ਅਸੀਂ ਪਰਮਾਤਮਾ ਦੇ ਪਿਆਰ ਦੇ ਵਿੱਚ ਜੁੜ ਜਾਈਏ। ਸਤਿਗੁਰ ਭਾਖੈ ਬੈਨ, ਸਤਿਗੁਰੂ ਮਹਾਰਾਜ ਨੇ ਬਚਨ ਕਰ ਦਿੱਤੇ। ਛੱਜੂ ਤਬ ਬੋਲਤ ਭਇਓ। ਐਨੇ ਨੂੰ ਵੀ ਛੱਜੂ ਦੀ ਵਾਰੀ ਆ ਜਾਂਦੀ ਹੈ। ਮਹਾਰਾਜ ਛੱਜੂ ਨੂੰ ਹੁਕਮ ਕਰਦੇ ਹਨ, ਮਨੋ ਮਾਨ ਕੋ ਐਨ। ਮਹਾਰਾਜ ਕਹਿਣ ਲੱਗੇ ਤੂੰ ਵੀ ਹੁਣ ਆਪਣੇ ਮਨ ਦੀ ਗੱਲ ਸੁਣਾ ਦੇ। ਚੌਪਈ ਕਾਗਦ ਕੀ ਜੇ ਹੋਵੈ ਨਾਰੀ। ਹੁਣ ਛੱਜੂ ਨੇ ਆਪਣੀ ਗੱਲ ਕਹੀ, ਕਹਿੰਦਾ ਜੇ ਕਾਗਜ਼ ਦੀ ਵੀ ਇਸਤਰੀ ਹੋਵੇ, ਕਾਗਜ਼ ਦੀ ਬਣਾਈ ਹੋਈ, ਵਿਸ ਗੰਦਲ ਅਰ ਜਾਨ ਕਟਾਰੀ। ਉਹ ਤਾਂ ਐਂ ਮਾਨੋ ਵੀ ਉਹਦੀ ਗੰਦਲ ਹੈ, ਬਹੁਤ ਤਿੱਖੀ ਕਟਾਰ ਹੈ। ਸ੍ਰੀ ਗੁਰੂ ਕਹਾ ਬੈਣ ਭਲ ਨਾਹੀ। ਮਹਾਰਾਜ ਕਹਿੰਦੇ ਤੇਰੇ ਵੀ ਬੈਨ ਚੰਗੇ ਨਹੀਂ ਹਨ, ਭਾਵ ਕਿ ਤੇਰੀ ਵੀ ਸਿਧਾਂਤ ਗਲਤ ਹੈ। ਇਹਨੇ ਵੀ ਉਚਾਰਨ ਕੀਤਾ ਸੀ, ਕਾਗਦ ਸੰਧੀ ਪੂਤਲੀ ਤਉ ਨਾ ਤਰਿਆ ਨਿਹਾਰ, ਜਿਉਂ ਹੀ ਮਾਰ ਲਿਜਾਮਦੀ ਜਿਉਂ ਬਲੋਚਣ ਧਾੜ। ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ। ਇੱਥੇ ਤਾਂ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੋਇਆ, ਉਹ ਕਹਿੰਦਾ ਇਸਤਰੀ ਨਹੀਂ ਦੇਖਣੀ ਚਾਹੀਦੀ। ਗ੍ਰਸਤੀ ਪੰਥ ਰਚਿਓ ਜਗ ਮਾਹੀ। ਵੀ ਗ੍ਰਸਤ ਦਾ ਪੰਥ ਪ੍ਰਮਾਤਮਾ ਨੇ ਰਚਿਆ। ਮਹਾਰਾਜ ਨੇ ਆਖਿਆ ਕਿ ਸਾਡਾ ਤਾਂ ਸਿਧਾਂਤ ਇਹੀ ਹੈ ਕਿ ਜੋਗੀ ਭਾਵ ਕਿ ਘਰ ਬਾਹਰ ਦੇ ਵਿੱਚ ਰਹਿੰਦਿਆਂ, ਗ੍ਰਸਤ ਦੇ ਵਿੱਚ ਰਹਿੰਦਿਆਂ, ਕਾਰੋ ਵਿਹਾਰ ਕਰਦੇ ਹੀ ਪ੍ਰਮਾਤਮਾ ਦੀ ਭਗਤੀ ਕਰਨੀ ਹੈ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਅਕਾਲ ਪੁਰਖ ਵਾਹਿਗੁਰੂ ਨੇ ਵੀ ਆਖਿਆ ਸੀ ਗੁਰੂ ਨਾਨਕ ਮਹਾਰਾਜ ਨੂੰ ਕਿ ਜਾਓ ਗ੍ਰਸਤ ਦੇ ਵਿੱਚ ਹੀ ਵੈਰਾਗੀ ਬਣਾ ਕੇ ਮੇਰੇ ਨਾਮ ਦੇ ਵਿੱਚ ਗੁਰਸਿੱਖਾਂ ਨੂੰ ਇੱਕ ਰਸ ਕਰੋ। ਸੋ ਇਸ ਤਰ੍ਹਾਂ ਮਹਾਰਾਜ ਨੇ ਕਹਿ ਦਿੱਤਾ ਹੈ। ਸ਼ਾਹ ਹੁਸੈਨ ਤਬ ਕਹਾ ਸੁਣਾਈ। ਇਹਨੇ ਸ਼ਾਹ ਹੁਸੈਨ ਦੀ ਬੈਰੀ ਆ ਜਾਂਦੀ ਹੈ, ਚੌਥਾ ਭਗਤ ਸੀ। ਬੋਲਣ ਦੀ ਏਠਾਂ ਜਾ ਨਾਹੀ। ਹੁਣ ਇੱਕ ਜਦੋਂ ਮਹਾਰਾਜ ਨੇ ਇਹਨੂੰ ਆਖਿਆ ਕਿ ਸ਼ਾਹ ਹੁਸੈਨ ਤੂੰ ਵੀ ਹੁਣ ਆਪਣੀ ਗੱਲ ਸੁਣਾ ਦੇ। ਸ਼ਾਹ ਹੁਸੈਨ ਨੇ ਆਪਣੀ ਗੱਲ ਸੁਣਾਈ, ਆਪਣਾ ਸਿਧਾਂਤ ਸੁਣਾਇਆ। ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਬੇੜਿਆ। ਕਹਿੰਦਾ ਚੁੱਪ ਹੀ ਰਹੋ, ਬੋਲਣਾ ਆਉਂਦਾ ਹੀ ਨਹੀਂ, ਬੋਲ ਹੀ ਨਾ ਕਿਸੇ ਨਾਲ। ਸੱਜਣਾ ਬੋਲਣ ਦੀ ਜਾਏ ਨਾਹੀ, ਅੰਦਰ ਬਾਹਰ ਹਿੱਕਾ ਸਾਈਂ ਕਿਸ ਨੂੰ ਆਖ ਸੁਣਾਈ। ਇੱਕੋ ਦਿਲਬਰ ਸਭ ਘਟ ਰਵਿਆ, ਦੂਜੀ ਨਾਹੀ ਕਦਾਈ। ਕਹੈ ਹੁਸੈਨ ਫਕੀਰ ਨਿਮਾਣਾ, ਸਤਿਗੁਰ ਥੇ ਬਲ ਜਾਈ। ਸੋ ਇਸ ਤਰ੍ਹਾਂ ਇਹਨੇ ਵੀ ਆਪਣਾ ਸੁਣਾ ਦਿੱਤੀ ਬਾਣੀ। ਚੁੱਪ ਵੇ ਅੜਿਆ ਚੁੱਪ ਕਰ ਜਾਏ। ਮਹਾਰਾਜ ਨੂੰ ਜਦੋਂ ਇਹਨੇ ਆਖਿਆ ਵੀ ਅੜਿਆ ਚੁੱਪ ਕਰ ਜਾ, ਭਾਵ ਕੇ ਨਾ ਬੋਲ, ਤਬ ਸਤਿਗੁਰ ਬੋਲੇ ਹਰ ਖਾਏ। ਜਦੋਂ ਇਹਨੇ ਆਪਣੀ ਬਾਣੀ ਸੁਣਾਈ ਮਹਾਰਾਜ ਬੜੇ ਖੁਸ਼ ਹੋਏ, ਹੱਸ ਪਏ ਦੀ ਗੱਲ ਤੇ। ਹੱਸ ਕੇ ਮਹਾਰਾਜ ਇਹਨੂੰ ਕਹਿੰਦੇ ਨੇ, ਭਲਾ ਕਿਹੋ ਰੱਖ ਚੁੱਪ ਮੁਦਾਮਾ। ਮਹਾਰਾਜ ਕਹਿਣਗੇ ਸਾਹ ਹੁਸੈਨ ਤੂੰ ਤਾਂ ਬਹੁਤ ਭਲੀ ਗੱਲ ਕਹੀ ਹੈ, ਤੂੰ ਫਿਰ ਹੁਣ ਚੁੱਪ ਹੀ ਰਹਿ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕੋ ਗੱਲ ਇਹਨੂੰ ਮਹਾਰਾਜ ਨੇ ਕਹੀ ਵੀ ਤੂੰ ਹੁਣ ਚੁੱਪ ਹੀ ਕਰ ਜਾ, ਤੈਨੂੰ ਬੋਲਣ ਦੀ ਲੋੜ ਹੀ ਨਹੀਂ ਹੈ। ਤੂੰ ਫਿਰ ਬਾਣੀ ਕਾਹਦੇ ਲਿਖਾਉਂਦਾ ਫਿਰਦਾ, ਜੇ ਚੁੱਪ ਰਹਿਣਾ ਹੈ ਫਿਰ ਚੁੱਪ ਹੀ ਰਹਿ। ਇਉਂ ਮਹਾਰਾਜ ਨੇ ਆਖ ਦਿੱਤਾ ਹੈ। ਚਾਰੋਂ ਚਲੇ ਆਪਣੇ ਧਾਮਾਂ। ਇਹ ਫਿਰ ਆਖਰ ਚਾਰ ਹੀ ਚੱਲ ਪਏ ਨੇ, ਆਪਣੇ ਘਰ ਨੂੰ ਵਾਪਸ ਮੁੜੇ ਨੇ। ਕਾਨਾ ਰਥ ਪਰ ਚੜ ਕੇ ਆਇਓ। ਕਾਨਾ ਰਥ ਤੇ ਚੜ ਕੇ ਆਇਆ ਸੀ, ਇਹ ਵੱਡਾ ਭਗਤ ਕਹਾਉਂਦਾ ਸੀ। ਬਾਕੀ ਵਿਚਾਰੇ ਤੁਰ ਤਰ ਕੇ ਆਏ ਸੀ। ਜਦੋਂ ਇਹ ਮੁੜੇ ਜਾ ਰਹੇ ਹਨ, ਰਥ ਚੜ ਸੋ ਲਾਹੌਰ ਕੋ ਧਾਇਓ। ਰਥ ਦੇ ਉੱਤੇ ਸਵਾਰ ਹੋ ਕੇ ਲਾਹੌਰ ਨੂੰ ਜਾ ਰਿਹਾ ਹੈ। ਸ੍ਰੀ ਸਤਿਗੁਰੂ ਬਚ ਯਾਦ ਧਰਾਏ। ਸਤਿਗੁਰੂ ਮਹਾਰਾਜ ਦੇ ਬਚਨ ਇਹਨੇ ਯਾਦ ਕਰ ਲਏ ਕਿ ਸਤਿਗੁਰਾਂ ਨੇ ਆਖਿਆ ਰਾਹ ਪੈਂਡੇ ਵਿੱਚ ਹੀ ਤੇਰੇ ਵਾਲਾ ਕੰਮ ਹੋ ਜਾਣਾ ਹੈ। ਇਹਨੇ ਸੋਚਿਆ ਕਿ ਮੈਂ ਹੁਣ ਆਪਣੇ ਸਵਾਸ 10ਵੇਂ ਦੁਆਰ ਚੜ੍ਹਾ ਲੈਣਾ, ਫਿਰ ਚਲੇ ਹੀ ਜਾਵਾਂਗਾ ਲਾਹੌਰ। 10ਵੇਂ ਦੁਆਰ ਨਿਜ ਸਾਸ ਚੜਾਏ। ਸਵਾਸ ਚੜਾ ਲੈਂਦਾ 10ਵੇਂ ਦੁਆਰ ਦੇ ਵਿੱਚ। ਤੀਨੋਂ ਭਗਤ ਤੁਰੇ ਸੰਗ ਜਾਵੈ। ਤਿੰਨੇ ਭਗਤ ਤੁਰੇ ਜਾ ਰਹੇ ਨੇ। ਕਾਨਾ ਰਥ ਪਰ ਚਿਤ ਗੁਰ ਬਾਵੈ। ਹੁਣ ਕਾਨਾ ਰਥ ਦੇ ਵਿੱਚ ਬੈਠਾ ਹੰਕਾਰੀ ਬਣਿਆ ਬੈਠਾ ਹੈ। ਦੋਹਰਾ ਅਗਮ ਪੌਣ ਚਾਲੀ ਤਬੈ। ਬਹੁਤ ਤੇਜ਼ ਹਨੇਰੀ ਆ ਗਈ, ਘੱਟਾ ਚੜ ਗਿਆ। ਜਬੈ ਕੜਛ ਖੜਕਾਏ। ਉਧਰੋਂ ਘੱਟਾ ਇਹਨੇ ਜ਼ੋਰ ਦੀ ਚੜਿਆ ਨਾ, ਹਨੇਰੀ ਨੇ ਇਹਦਾ ਰਥ ਪਲਟਾ ਦਿੱਤਾ। ਇਧਰ ਲਾਂਗਰੀ ਲੰਗਰ ਦੇ ਵਿੱਚ ਦਾਲਾਂ ਬਣਾ ਰਿਹਾ ਸੀ। ਦਾਲ 'ਚ ਕੜਛਾ ਫੇਰ ਕੇ ਉਹਨੇ ਨਾ ਇੱਕ ਆਪਾਂ ਹੁੰਦਾ ਨਾ ਕੜਾਹੇ ਦੇ ਬਾਹਰ ਵਿੱਚੋਂ ਖੁਰਚਣਾ ਮਾਰ ਦਿੰਦੇ ਆ ਕੰਢਾਹੇ ਦੇ ਉੱਤੇ, ਉਹਨੇ ਕੜਛਾ ਖੜਕਾ ਦਿੱਤਾ ਬਾਹਰਲੇ ਪਾਸੇ ਕੰਢਾਹੇ ਦੇ ਉੱਤੇ। ਕਾਨੇ ਸਿਰ ਚਕਤਰ ਆਇਓ। ਸਤਿਗੁਰੂ ਮਹਾਰਾਜ ਨੇ ਜਦੇ ਬਚਨ ਕਰ ਦਿੱਤਾ। ਪੂਰੀ ਪੰਕਤੀ ਪੜ੍ਹ। ਕਾਨੇ ਸਿਰ ਚਕਤਰ ਆਇਓ, ਮਰਿਓ ਮਿਜ ਨਿਕਸਾਏ। ਬਸ ਉਸੇ ਸਮੇਂ ਇੱਧਰ ਕੜਛਾ ਖੜ ਗਿਆ। ਉਧਰ ਕਾਨਾ ਦਾ ਜਿਹੜਾ ਜਦੋਂ ਰਥ ਤੋਂ ਗਿਰਿਆ ਨਾ,
ਦੇਵ ਨੇ ਤਾਂ ਐਸੀ ਗਿਰਿਆ, ਪਹਿਲਾਂ ਥੱਲੇ ਗਿਰਿਆ, ਰੱਥ ਪਲਟ ਕੇ ਉਹਦੇ ਸਿਰ ਦੇ ਉੱਤੇ ਚੱਕਾ ਪਹੀਆ ਆ ਗਿਆ, ਉਹਦਾ ਸਿਰੇ ਫੁੱਟ ਗਿਆ ਜਿੱਥੇ 10ਵੇਂ ਦੁਆਰ ਚੜ੍ਹਿਆ ਬੈਠਾ ਸੀ। ਮਹਾਰਾਜ ਕਹਿੰਦੇ ਆ ਹੋ ਗਿਆ ਕੰਮ, ਭਾਈ ਕਾਨੇ ਦਾ ਕਾਰਜ ਹੋ ਗਿਆ ਹੈ। ਤੀਨੋ ਯੋਤ ਪ੍ਰਾਪਤ ਭਏ, ਇਹ ਤਿੰਨੇ ਹੀ ਚਲੇ ਗਏ, ਨਿਜ ਗ੍ਰਹਿ ਧਾਮ ਲਾਹੌਰ। ਆਖਰ ਲਾਹੌਰ ਚਲੇ ਗਏ, ਕਾਨਾ ਰਾਹ 'ਚ ਹੀ ਪੂਰਾ ਹੋ ਗਿਆ। ਮਹਾਂਪੁਰਖਣ ਸੋ ਜੋ ਅੜੈ, ਜਿਹੜਾ ਰੱਬ ਦੇ ਪਿਆਰਿਆਂ ਨਾਲ ਅੜਦਾ ਹੈ, ਗੁਰੂ ਘਰ ਨਾਲ ਅੜਦਾ ਹੈ, ਪੂਜੈ ਨ ਕਿਤ ਹੀ ਠੌਰ। ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦਾ ਹੈ, ਟਿਕਾਣਾ ਨਹੀਂ ਮਿਲਦਾ। ਕਦੇ ਵੀ ਗੁਰੂ ਦੇ ਪਿਆਰਿਆਂ, ਰੱਬ ਦੇ ਘਰ ਨਾਲ, ਪਰਮਾਤਮਾ ਦੇ ਘਰ ਨਾਲ ਮੱਥਾ ਨਹੀਂ ਲਾਈਦਾ। ਜਿਹੜਾ ਕੋਈ ਮੱਥਾ ਲਾਉਂਦਾ ਹੈ ਉਹਨਾਂ ਦਾ ਫਿਰ ਐਸੇ ਹੀ ਹਾਸਰ ਹੁੰਦਾ ਹੈ। ਕਾਨੇ ਦਾ ਵੀ ਇਹ ਹਾਸਰ ਹੋਇਆ। ਚੰਦੂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀਆਂ ਤਵੀਆਂ 'ਤੇ ਬਿਠਾਇਆ ਸੀ, ਉਹਦੇ ਵੀ ਨੱਕ 'ਚ ਨਕੀਲ ਪਾ ਕੇ, ਉਹਦੇ ਸਿਰ ਵਿੱਚ ਵੀ ਗੁਰਦਿੱਤੇ ਭੜਭੂੰਜੇ ਦਾ ਕੜਛਾ ਖੜਕਿਆ ਸੀ, ਜਿਹਦੇ ਨਾਲ ਸਤਿਗੁਰਾਂ 'ਤੇ ਰੇਤ ਪਵਾਈ ਸੀ। ਸੋ ਇਸ ਤਰ੍ਹਾਂ ਕੀਤਾ ਪਾਈਆ ਆਪਣਾ, ਜਿਹੜਾ ਕੋਈ ਕਿਸ ਤਰ੍ਹਾਂ ਦਾ ਕਰਦਾ ਇਹਨਾਂ ਨੂੰ ਪਾਉਣਾ ਪੈਂਦਾ ਹੈ। ਇਸ ਕਰਕੇ ਧਿਆਨ ਰੱਖੀਏ, ਬੁਰਾਈਆਂ ਤੋਂ ਆਪਣਾ ਮਨ ਸ਼ੁੱਧ ਬਣਾਈਏ, ਗੁਰੂ ਦੇ ਪਿਆਰ 'ਚ ਜੁੜੀਏ। ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ। ਅੰਮ੍ਰਿਤ ਵੇਲੇ ਵੀ ਬਚਨ ਆਏ ਸੀ, ਸੁਣਿਆ ਕਰੋ ਸੰਗਤਾਂ, ਲਾਹਾ ਲਾਓ ਵਡਭਾਗੇ ਬਣੋ। ਇਹ ਸਮਾਂ ਹੁੰਦਾ, ਸਬੱਬ ਬਣਦਾ ਹੈ। ਆਪੋ ਆਪਣੇ ਆਪਾਂ ਘਰਾਂ 'ਚ ਬੈਠੇ ਆ, ਹੁਣ ਸਮਾਂ ਵੀ ਹੈਗਾ, ਸਾਰੇ ਕੰਮ ਸਾਡੇ ਰੋਕ ਦਿੱਤੇ ਨੇ ਪਰਮੇਸ਼ਰ ਨੇ। ਕਿਉਂ ਰੋਕੇ ਨੇ? ਕਿ ਨਾਮ ਜਪੋ। ਹੁਣ ਜਪੋ ਨਾਮ ਸਾਰੇ, ਲਾਹਾ ਲੈ ਕੇ ਅਰਦਾਸ ਕਰੋ, ਮਹਾਰਾਜ ਸੁਖ ਵਰਤਾਉਣ, ਭੁੱਲਾਂ ਮਾਫ ਕਰਨੀਆਂ, ਫਤਿਹ ਪ੍ਰਵਾਨ ਕਰਨੀ ਜੀ। ਤੀਨੋ ਜੋ ਪ੍ਰਾਪਤ ਭਏ, ਨਿਜ ਗ੍ਰਹਿ ਧਾਮ ਲਾਹੌਰ। ਮਹਾਂਪੁਰਖਣ ਸੋ ਜੋ ਅੜੈ, ਪੂਜੈ ਨ ਕਿਤ ਹੀ ਠੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ